Dear student, now today's topic is drift velocity. ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਡ੍ਰਿਫਟ ਵੈਲੋਸਿਟੀ ਦੀ ਡੈਫੀਨੇਸ਼ਨ ਵੀ ਸਮਝਾਂਗੇ ਤੇ ਨਾਲੇ ਡ੍ਰਿਫਟ ਵੈਲੋਸਿਟੀ ਦਾ ਜਿਹੜਾ ਹੈ ਫਾਰਮੂਲਾ ਵੀ ਡਰਾਈਵ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਡ੍ਰਿਫਟ ਵੈਲੋਸਿਟੀ ਹੈ ਕੀ ਚੀਜ਼। ਮੰਨ ਲਓ ਸਾਡੇ ਕੋਲ ਇੱਕ ਕੰਡਕਟਰ ਹੈ ਜਿਸ ਕੰਡਕਟਰ ਦੀ ਲੈਂਥ L ਹੈ ਤੇ ਏਰੀਆ ਆਫ ਕ੍ਰੋਸ ਸੈਕਸ਼ਨ ਸਾਡੇ ਕੋਲ A ਹੈ। In this conductor there are large number of free electrons। ਸਾਨੂੰ ਪਤਾ ਹੈ ਕਿ ਕੰਡਕਟਰ ਵਿੱਚ ਬਹੁਤ ਜ਼ਿਆਦਾ ਇਲੈਕਟ੍ਰॉन्स ਨੇ ਫ੍ਰੀ ਨੇ and they are moving randomly। ਕੋਈ ਇਲੈਕਟ੍ਰॉन ਕਿੱਧਰ ਜਾ ਰਿਹਾ ਹੈ, ਕੋਈ ਕਿੱਧਰ ਜਾ ਰਿਹਾ ਹੈ, ਕੋਈ ਕਿੱਧਰ ਜਾ ਰਿਹਾ ਹੈ। ਇੰਨੀ ਜ਼ਿਆਦਾ ਨੰਬਰ ਡੈਂਸਿਟੀ ਇਲੈਕਟ੍ਰॉन ਦੀ ਹੋਣ ਕਰਕੇ, ਰੈਂਡਮਨੈਸ ਹੋਣ ਕਰਕੇ ਕੋਈ ਵੀ ਇਲੈਕਟ੍ਰॉन ਜਿਹੜਾ ਹੈ ਆਪਣੀ ਜਗ੍ਹਾ ਤੋਂ ਜਿਹੜਾ ਉਹ ਹਿੱਲੇਗਾ ਨਹੀਂ, ਕਿਉਂਕਿ ਉਹਨਾਂ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਉਹ ਕੋਲੀਜ਼ਨ ਹੁੰਦੀ ਹੈ ਤੇ ਉਹਨਾਂ ਦੀ ਜਿਹੜੀ ਹੈ ਐਵਰੇਜ ਵੈਲੋਸਿਟੀ ਜਿਹੜੀ ਹੋਏਗੀ ਉਹ ਜ਼ੀਰੋ ਹੋਏਗੀ। ਅਸੀਂ ਬਾਹਰੋਂ ਹਲੇ ਕੋਈ ਪੋਟੈਂਸ਼ੀਅਲ ਡਿਫਰੈਂਸ ਅਪਲਾਈ ਨਹੀਂ ਕੀਤਾ। ਹਰ ਇੱਕ ਇਲੈਕਟ੍ਰॉन ਮੂਵ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਰ ਇੱਕ ਇਲੈਕਟ੍ਰॉन ਕੋਲ ਆਪਣੀ ਵੈਲੋਸਿਟੀ ਹੈ ਜਿਸ ਦਾ ਨਾਮ ਹੈ ਥਰਮਲ ਵੈਲੋਸਿਟੀ and this is the velocity gained by electron due to thermal agitation। रूम टेम्परेचर करके हर एक इलेक्ट्रॉन कोल एक वेलोसिटी है जिस दा नाम है थर्मल वेलोसिटी, बट ड्यू टू रैंडमनेस, ड्यू टू रैंडम कोलिजन इन्हां सारियां दी जिहड़ी एवरेज थर्मल वेलोसिटी होएगी that will be equal to 0। ਉਹ ਸਾਡੀ ਜਿਹੜੀ ਹੈ ਉਹ 0 ਆ ਜਾਂਦੀ ਹੈ। ਇਸ ਕਰਕੇ ਕੋਈ ਵੀ ਇਲੈਕਟ੍ਰॉन ਜਿਹੜਾ ਹੈ ਉਹ ਮੂਵ ਨਹੀਂ ਕਰ ਪਾਉਂਦਾ ਤੇ ਸਾਡੇ ਕੋਲ ਕੰਡਕਟਰ ਦੇ ਵਿੱਚ ਕਰੰਟ ਫਲੋ ਨਹੀਂ ਕਰਦਾ। ਨਾਓ what will happen if we apply the external potential difference। ਮੰਨ ਲਓ ਤੁਸੀਂ ਜਿਹੜਾ ਹੈ ਬਾਹਰੋਂ ਪੋਟੈਂਸ਼ੀਅਲ ਡਿਫਰੈਂਸ ਅਪਲਾਈ ਕਰਤਾ, ਅਸੀਂ ਬਾਹਰੋਂ ਪੋਟੈਂਸ਼ੀਅਲ ਡਿਫਰੈਂਸ ਲਗਾ ਦਿੱਤਾ। ਇੱਕ ਸਾਈਡ ਤੇ ਸਾਡੇ ਕੋਲ ਇਹ ਸਾਡਾ ਪੋਜ਼ਿਟਿਵ ਐਂਡ, ਦੂਸਰੀ ਸਾਈਡ ਤੇ ਸਾਡੇ ਕੋਲ ਆ ਗਿਆ ਨੈਗੇਟਿਵ ਐਂਡ। Now what will happen? These electron will start moving in the direction of electron ਜਿਹੜੇ ਨੇ ਸਾਡੇ ਪੋਜ਼ਿਟਿਵ ਐਂਡ ਵਾਲੇ ਪਾਸੇ ਜਿਹੜਾ ਹੈ ਮੂਵ ਕਰਨਗੇ। ਜਦੋਂ ਆ ਇਲੈਕਟ੍ਰॉन ਪੋਜ਼ਿਟਿਵ ਐਂਡ ਵਾਲੇ ਪਾਸੇ ਜਿਹੜਾ ਮੂਵ ਕਰਨਗੇ ਤੇ ਕੀ ਹੋਏਗਾ, ਆਪਸ ਵਿੱਚ ਇਹਨਾਂ ਦੀ ਟੱਕਰ ਵੀ ਹੋਏਗੀ। they will collide with each other as well as with the ions of the lattice। ਅੰਦਰ ਜਿਹੜੀ ਲੈਟਿਸ ਹੈ ਉਹਦੇ ਨਾਲ ਟੱਕਰ ਹੋਏਗੀ। ਟੱਕਰ ਤੋਂ ਬਾਅਦ ਇਹ ਵੈਲੋਸਿਟੀ ਪਹਿਲਾਂ ਗੇਨ ਕੀਤੀ, ਭੱਜੇ, ਫਿਰ ਦੁਬਾਰਾ ਵੈਲੋਸਿਟੀ ਜਿਹੜੀ ਹੈ ਲਾਸ ਹੋਏਗੀ, ਫਿਰ ਭੱਜਣਗੇ, ਫਿਰ ਵੈਲੋਸਿਟੀ ਲਾਸ ਹੋ ਜਾਏਗੀ, ਫਿਰ ਗੇਨ ਕਰਨਗੇ। ਪਰ ਹੌਲੀ ਹੌਲੀ ਕਰਕੇ ਇਲੈਕਟ੍ਰॉन ਜਿਹੜਾ ਹੈ ਇੱਕ ਐਂਡ ਤੋਂ ਦੂਜੇ ਐਂਡ ਤੇ ਜਿਹੜਾ ਹੈ ਉਹ ਪਹੁੰਚ ਜਾਏਗਾ। ਐਂਡ ਦਾ ਐਵਰੇਜ ਵੈਲੋਸਿਟੀ, ਉਹ ਵੈਲੋਸਿਟੀ ਜਿਹਦੇ ਨਾਲ ਇਲੈਕਟ੍ਰॉन ਜਿਹੜਾ ਹੈ ਇੱਕ ਐਂਡ ਤੋਂ ਦੂਜੇ ਐਂਡ ਤੇ ਇਲੈਕਟ੍ਰॉन ਪਹੁੰਚ ਜਾਂਦਾ ਹੈ, when we apply the external potential difference it is called drift velocity। it is the average velocity because ਸਾਰੇ ਇਲੈਕਟ੍ਰॉन ਮੂਵ ਕਰਦੇ ਆ, ਕੋਲੀਜ਼ਨ ਤੋਂ ਬਾਅਦ ਆਪਣੀ ਜਿਹੜੀ ਹੈ ਵੈਲੋਸਿਟੀ ਫਿਰ ਲਾਸ ਕਰ ਦਿੰਦੇ ਆ। ਸਭ ਦੀ ਜਿਹੜੀ ਵੈਲੋਸਿਟੀ ਜਿਹੜੀ ਹੈ ਗੇਨ ਕਰਨ ਵਾਲੀ ਡਿਫਰੈਂਟ ਹੈ। ਕਿਸੇ ਇਲੈਕਟ੍ਰॉन ਦੀ ਕੋਲੀਜ਼ਨ ਜ਼ਿਆਦਾ ਹੁੰਦੀ ਹੈ, ਕਿਸੇ ਇਲੈਕਟ੍ਰॉन ਦੀ ਕੋਲੀਜ਼ਨ ਘੱਟ ਹੁੰਦੀ ਹੈ। ਇਹ ਆਪਾਂ ਕੱਲ ਵੀ ਜਿਹੜਾ ਸਟੱਡੀ ਕੀਤਾ। ਇਹਨਾਂ ਸਾਰਿਆਂ ਦੀ ਜਿਹੜੀ ਹੈ ਵੈਲੋਸਿਟੀ ਦੀ ਜਿਹੜੀ ਐਵਰੇਜ ਹੈ, ਜਿਸ ਵੈਲੋਸਿਟੀ ਦੇ ਨਾਲ ਇਲੈਕਟ੍ਰॉन ਪੋਜ਼ਿਟਿਵ ਐਂਡ ਵਾਲੇ ਪਾਸੇ ਜਿਹੜਾ ਹੈ ਮੂਵ ਕਰ ਜਾਂਦਾ ਹੈ, and that velocity is called as drift velocity। ਇਹਦਾ ਮਤਲਬ drift velocity is the just a average velocity। drift velocity ਇੱਕ ਐਵਰੇਜ ਹੈ ਜਿਹਦੇ ਨਾਲ ਸਾਡਾ ਇਲੈਕਟ੍ਰॉन ਜਿਹੜਾ ਹੈ ਪੋਜ਼ਿਟਿਵ ਐਂਡ ਵਾਲੇ ਪਾਸੇ ਜਿਹੜਾ ਹੈ ਉਹ ਮੂਵ ਕਰ ਜਾਂਦਾ ਹੈ। now today we are going to derive an expression for this। ਮੰਨ ਲਓ ਕਿ ਸਾਡੇ ਕੋਲ ਬਾਹਰੋਂ ਹਲੇ ਪੋਟੈਂਸ਼ੀਅਲ ਡਿਫਰੈਂਸ ਅਪਲਾਈ ਨਹੀਂ ਕੀਤਾ। ਜਦੋਂ ਅਸੀਂ ਬਾਹਰੋਂ ਪੋਟੈਂਸ਼ੀਅਲ ਡਿਫਰੈਂਸ ਅਪਲਾਈ ਨਹੀਂ ਕਰਾਂਗੇ ਤੇ ਅਸੀਂ ਕੀ ਪੜਿਆ ਕਿ ਇਹਨਾਂ ਦੀ ਜਿਹੜੀ ਹੈ ਐਵਰੇਜ
थर्मल वेलोसिटी जिहड़ी होएगी इट विल बी इक्वल टू 0। मान लो U1 तो लैके U1 इट इज द थर्मल वेलोसिटी ऑफ इलेक्ट्रॉन नंबर 1, U2 थर्मल वेलोसिटी ऑफ इलेक्ट्रॉन नंबर 2, U3 थर्मल वेलोसिटी ऑफ इलेक्ट्रॉन नंबर 3। ਤੇ ਸਾਡੇ ਕੋਲ ਪੂਰੇ ਇਸ ਕੰਡਕਟਰ ਦੇ ਵਿੱਚ ਅਸੀਂ ਮੰਨ ਕੇ ਚੱਲਦੇ ਹਾਂ ਕਿ ਸਾਡੇ ਕੋਲ n ਇਲੈਕਟ੍ਰੋਨਸ ਨੇ। ਇਹਨਾਂ ਸਾਰਿਆਂ ਦੀ ਜਦੋਂ ਅਸੀਂ ਐਵਰੇਜ ਕਟਾਂਗੇ ਤੇ ਇਹਨਾਂ ਦੀ ਐਵਰੇਜ ਥਰਮਲ ਵੈਲੋਸਿਟੀ ਕਿੰਨੀ ਆਏਗੀ? 0। ਦਿਸ ਇਜ਼ ਇਕੁਏਸ਼ਨ ਨੰਬਰ 1। ਇਹ ਕਦੋਂ ਦਾ ਕੇਸ ਹੈ? ਜਦੋਂ ਅਸੀਂ ਬਾਹਰੋਂ ਜਿਹੜਾ ਹੈ ਪੋਟੈਂਸ਼ੀਅਲ ਡਿਫਰੈਂਸ ਅਪਲਾਈ ਨਹੀਂ ਕੀਤਾ। ਵਾਟ ਇਜ਼ U1? ਥਰਮਲ ਵੈਲੋਸਿਟੀ ऑफ ऑल दीज इलेक्ट्रॉन। एवरेज किस तरह निकालते हैं? सारे असी प्लस किया डिवाइडेड बाय n, इट विल बी इक्वल टू 0। इथे नोट करना है कि इथे तुसी सारे दे उत्ते जिहड़ा है वैक्टर जरूर लगाना है, क्योंकि जिहड़ा वेलोसिटी जिहड़ी है इट इज ए वैक्टर क्वांटिटी। जे वैक्टर नहीं पाओगे इट विल बी थर्मल स्पीड, ते थर्मल स्पीड जिहड़ी है उसदी एवरेज 0 नहीं आएगी। नाउ दिस इज इक्वेशन नंबर 1। व्हेन वी नॉट अप्लाई द potential difference, then the average thermal velocity will be equal to 0. Now when we apply the potential difference, what will happen? Electrons start moving in the direction of positive end of the conductor। इलेक्ट्रॉन जिहड़ा है इधर आना शुरू हो गया। इलेक्ट्रॉन इधर क्यों आया? क्योंकि हर एक इलेक्ट्रॉन के ऊपर जिहड़ी है एक फोर्स लगी, एंड दैट फोर्स इज गिवन बाय F इज इक्वल टू QE। हर एक इलेक्ट्रॉन के ऊपर फोर्स जिहड़ी है वो एक्ट करेगी। वैक्टर फॉर्म दे विच असीं इत्थे वैक्टर पावांगे ते इत्थे वैक्टर आएगा। नाउ साडे कोल Q मीनस चार्ज, इत्थे इलेक्ट्रॉन की गल हो रही है। इलेक्ट्रॉन ऊपर चार्ज आ गया E, नाल आ गया साडे कोल इलैक्ट्रिक फील्ड। इलेक्ट्रॉन जिहड़ा है हमेशा इलैक्ट्रिक फील्ड दे ऑपोजिट मूव करता है। इलैक्ट्रॉन जदों इलैक्ट्रिक फील्ड के ऑपोजिट जाएगा तो इत्थे साडे कोल साइन आएगा माइनस, क्योंकि इलैक्ट्रिक फील्ड की डायरेक्शन है पॉजिटिव टू नैगेटिव लॉन्ग दिस साइड। तो इलैक्ट्रॉन जिहड़ा है नैगेटिव टू पॉजिटिव मूव करेगा इलैक्ट्रिक फील्ड के अगेंस्ट, इस करके असीं जिहड़ा है असीं साइन लगाया विच असीं माइनस का। नाउ अकॉर्डिंग टू न्यूटन सैकंड लॉ, इत्थे लिखना तुसी अकॉर्डिंग टू न्यूटन सैकंड लॉ दे अकॉर्डिंग सानू पता है कि F इज इक्वल टू ma। साडे कोल फोर्स लगी है तो एक्सेलरेशन प्रोड्यूस होएगी इक्वल टू माइनस E, ऊपर आ जाएगा E वैक्टर। ma इज इक्वल टू माइनस E वैक्टर, जिहदे विचों असीं जिहड़ा है एक्सेलरेशन निकालांगे E वैक्टर डिवाइडेड बाय m। दिस इज द इक्वेशन नंबर 2। दिस इज द एक्सेलरेशन प्रोड्यूस्ड या एक्सेलरेशन गेन्ड बाय द इलेक्ट्रॉन व्हेन वी अप्लाई द एक्सटर्नल इलैक्ट्रिक फील्ड E। जदों बाहरों असीं इलैक्ट्रिक फील्ड लगाया एनी एक्सेलरेशन जिहड़ी है वो पैदा हो गई। नाउ दिस एक्सेलरेशन इज कांस्टेंट फॉर ऑल इलेक्ट्रॉन्स। हर एक इलेक्ट्रॉन वास्ते एक्सेलरेशन सेम होएगी। जे पहले इलेक्ट्रॉन वास्ते एक्सेलरेशन A है, दूसरे वास्ते भी एक्सेलरेशन A ही होएगी। इन्हां दे पैर विच 1 2 नहीं लगाना, A1 A2 नहीं पाना। Acceleration is constant for all electrons because क्यों constant? चार्ज सारे इलेक्ट्रॉन दा सेम, मास भी सारे इलेक्ट्रॉन दा जिहड़ा होएगा वो सेम, ते इलैक्ट्रिक फील्ड जिहड़ा है वो यूनीफॉर्म है थ्रू आउट द कंडक्टर। ਇਹ ਸਾਰੀ ਚੀਜ਼ਾਂ सेम होने करके हर एक इलेक्ट्रॉन जिहड़ा है एक्सेलरेशन गेन करेगा ते सारियां दी एक्सेलरेशन दी जिहड़ी वैल्यू होएगी डेट विल बी सेम। वो सारियां दी जिहड़ी है वो सेम ही होएगी। नाउ दिस इज द एक्सेलरेशन। नाउ व्हाट विल हैपन ड्यू टू दिस एक्सेलरेशन इलेक्ट्रॉन गेन एडिशनल वेलोसिटी, क्योंकि एक्सेलरेशन का फार्मूला सानू पता है कि एक्सेलरेशन इज इक्वल टू वेलोसिटी
ਡਿਵਾਈਡਡ ਬਾਈ ਟਾਈਮ। ਇਹ ਤੁਸੀਂ ਫਾਰਮੂਲਾ ਪੜਿਆ ਕਿ ਐਕਸਲਰੇਸ਼ਨ ਦਾ ਫਾਰਮੂਲਾ ਵੈਲੋਸਿਟੀ ਨੂੰ ਟਾਈਮ ਦੇ ਨਾਲ ਅਸੀਂ ਡਿਵਾਈਡ ਕਰਨਾ ਹੈ। ਚੇਂਜ ਇਨ ਵੈਲੋਸਿਟੀ ਓਵਰ ਟਾਈਮ। Due to this acceleration, electron will gain additional velocity। देखो एक velocity पहला ही सी जिन्हों ਅਸੀਂ बोलते हैं thermal velocity। ਉਹ ਕਿਹਦੇ ਕਰਕੇ ਆ? Due to thermal agitation। room temperature ਕਰਕੇ already ਉਹਦੇ ਕੋਲ ਇੱਕ velocity ਹੈ, ਉਸ ਨੂੰ ਅਸੀਂ ਬੋਲਦੇ ਹਾਂ thermal velocity। but due to this acceleration produced, ਜਿਹੜੀ ਆ acceleration ਪੈਦਾ ਹੋਈ, electron gain additional velocity। electron ਦੇ ਇੱਕ additional velocity ਹੋਰ gain ਕੀਤੀ। ਇਹਦਾ ਮਤਲਬ ਹਰ ਇੱਕ ਇਲੈਕਟ੍ਰੋਨ ਕੋਲ ਦੋ velocities ਹੋਣਗੀਆਂ। ਹੁਣ ਇੱਕ ਉਹਦੀ ਆਪਣੀ ਥਰਮਲ velocity ਜਿਹਨੂੰ ਅਸੀਂ ਬੋਲਾਂਗੇ u1, ਤੇ ਦੂਸਰੀ velocity ਜਿਹੜੀ ਆਏਗੀ ਇਸ acceleration ਕਰਕੇ ਆਏਗੀ। ਤੇ velocity ਕਿੰਨੀ ਆਏਗੀ? velocity ਦਾ ਫਾਰਮੂਲਾ ਅਸੀਂ ਐਕਸਲਰੇਸ਼ਨ ਨੂੰ ਟਾਈਮ ਦੇ ਨਾਲ ਜਿਹੜਾ ਹੈ ਮਲਟੀਪਲਾਈ ਕਰ ਦਾਂਗੇ। ਨਾਓ that much velocity will be added। ਇਹਦਾ ਮਤਲਬ ਪਹਿਲੇ ਇਲੈਕਟ੍ਰੋਨ ਦੀ ਟੋਟਲ velocity ਕਿੰਨੀ ਹੋ ਗਈ? ਪਹਿਲੇ ਇਲੈਕਟ੍ਰੋਨ ਦੀ ਟੋਟਲ velocity ਹੋ ਗਈ u1 plus a into time। ਇਹ velocity ਵਿੱਚ ਐਡ ਕਰਾਂਗੇ। ਤੇ ਜੇ ਅਸੀਂ ਬਾਹਰੋਂ ਪੋਟੈਂਸ਼ੀਅਲ ਡਿਫਰੈਂਸ ਨਹੀਂ ਲਗਾਉਂਦੇ ਤੇ ਸਿਰਫ u1, ਤੇ ਜੇ ਬਾਹਰੋਂ ਅਸੀਂ ਪੋਟੈਂਸ਼ੀਅਲ ਡਿਫਰੈਂਸ ਲਗਾਉਂਦੇ ਆ ਤੇ ਸਾਡੇ ਕੋਲ ਇਲੈਕਟ੍ਰੋਨ ਕੋਲ ਦੋ velocities ਆਣਗੀਆਂ। ਨਾਓ the first electron, ਜਿਹੜਾ ਸਾਡਾ ਪਹਿਲਾ ਇਲੈਕਟ੍ਰੋਨ ਹੈ, ਉਹਦੀ ਜਿਹੜੀ ਹੈ ਟੋਟਲ velocity ਕਿੰਨੀ ਹੋਏਗੀ? ਟੋਟਲ velocity of all electrons, ਜਿੰਨੇ ਇਲੈਕਟ੍ਰੋਨ ਨੇ ਉਹਨਾਂ ਦੀ ਟੋਟਲ velocity ਕਿਹੜੀ ਹੋਏਗੀ? ਪਹਿਲੇ ਇਲੈਕਟ੍ਰੋਨ ਦੀ velocity ਹੋ ਜਾਏਗੀ ਸਾਡੇ ਕੋਲ u1 ਵੈਕਟਰ plus a tau 1। ਪਹਿਲੇ ਇਲੈਕਟ੍ਰੋਨ ਦੀ velocity ਸਾਡੇ ਕੋਲ ਆ ਗਈ u1, ਜਿਹੜੀ ਪਹਿਲਾਂ ਹੀ ਆਲਰੇਡੀ ਹੈਗੀ ਸੀ ਉਹਦੇ ਕੋਲ ਥਰਮਲ, ਪਲੱਸ ਵਿੱਚ ਕਰਤਾ ਜਿਹੜੀ ਐਕਸਲਰੇਸ਼ਨ ਪੈਦਾ ਹੋਈ ਉਹਦੇ ਕਰਕੇ velocity ਮਿਲੇਗੀ। ਐਕਸਲਰੇਸ਼ਨ ਨੂੰ ਟਾਈਮ ਨਾਲ ਮਲਟੀਪਲਾਈ ਕਰਾਂਗੇ। ਐਕਸਲਰੇਸ਼ਨ ਇਨਟੂ tau 1। ਇਹ ਜਿਹੜਾ ਇਹਨੂੰ ਪੜ੍ਹਦੇ ਆ tau, ਇਟ ਇਜ਼ ਅ ਰਿਲੈਕਸੇਸ਼ਨ ਟਾਈਮ। ਅਸੀਂ ਕੱਲ ਡਿਸਕਸ ਕੀਤਾ ਸੀ ਜਦੋਂ ਇਲੈਕਟ੍ਰੋਨ ਮੂਵ ਕਰੇਗਾ, ਇੱਥੋਂ ਇਲੈਕਟ੍ਰੋਨ ਮੂਵ ਕੀਤਾ, ਮੰਨ ਲਓ ਕਿ ਇੱਥੇ ਜਾ ਕੇ ਉਹਦੀ ਕਿਸੇ ਹੋਰ ਨਾਲ ਟੱਕਰ ਹੋਈ, ਇਹ ਵਾਲਾ ਟਾਈਮ ਜਿੰਨਾ ਚਿਰ ਇਲੈਕਟ੍ਰੋਨ ਫ੍ਰੀ ਰਿਹਾ, ਰਸਤੇ ਵਿੱਚ ਕਿਸੇ ਨਾਲ ਟੱਕਰ ਨਹੀਂ ਹੋਈ, that is called relaxation time। it is a time between two successive collision। ਦੋ ਨਾਲ ਦੀ ਜਿਹੜੀ collision ਹੋਈਆਂ ਉਹਨਾਂ ਵਿੱਚ ਜਿਹੜਾ ਟਾਈਮ ਹੋਇਆ ਲੱਗਾ, that is called relaxation time। ਤੇ ਹਰ ਇਲੈਕਟ੍ਰੋਨ ਦਾ ਡਿਫਰੈਂਟ ਹੋਏਗਾ। ਕਿਸੇ ਦੇ ਰਸਤੇ 'ਚ ਹੋ ਸਕਦਾ ਹੈ ਇਲੈਕਟ੍ਰੋਨ ਪਹਿਲਾਂ ਆ ਜਾਏ, ਕਿਸੇ ਦੀ ਟੱਕਰ ਲੇਟ ਹੋ ਸਕਦੀ ਹੈ, ਕਿਸੇ ਦੀ ਟੱਕਰ ਜਿਹੜੀ ਪਹਿਲਾਂ ਹੋ ਸਕਦੀ। ਕੱਲ ਮੈਂ ਐਗਜ਼ਾਮਪਲ ਵੀ ਦੇ ਰਿਹਾ ਸੀ ਗੋਲਡਨ ਟੈਂਪਲ ਵਾਲੀ। ਜਦੋਂ ਅਸੀਂ ਉਹ ਲੰਗਰ ਖਾਣ ਲਈ ਅਸੀਂ ਜਾਂਦੇ ਆ ਤੇ ਮੂਵ ਕਰਦੇ ਆ, ਇੱਕਦਮ ਦਰਵਾਜ਼ਾ ਖੁੱਲਦਾ ਹੈ ਤੇ ਤੁਸੀਂ ਦੇਖਿਆ ਹੋਗਾ ਸਾਡੀ ਕਈਆਂ ਨਾਲ ਟੱਕਰ ਹੁੰਦੀ ਹੈ, ਕਈਆਂ ਦੀ ਟੱਕਰ ਲੇਟ ਹੁੰਦੀ ਹੈ, ਕਈਆਂ ਦੀ ਟੱਕਰ ਜਿਹੜੀ ਹੈ ਇੱਕਦਮ ਪਹਿਲਾਂ ਹੋ ਜਾਂਦੀ ਹੈ। ਹਰ ਇੱਕ ਦਾ ਜਿਹੜਾ ਰਿਲੈਕਸੇਸ਼ਨ ਟਾਈਮ ਹੈ ਉਹ ਡਿਫਰੈਂਟ ਹੋਏਗਾ, ਪਰ ਹਰ ਇੱਕ ਦੀ ਜਿਹੜੀ ਐਕਸਲਰੇਸ਼ਨ ਹੈ that will be same। ਇਹ ਮੈਂ ਤੁਹਾਨੂੰ ਹੁਣੇ ਦੱਸਿਆ। Now this is the total velocity of first electron। ਦੂਸਰੇ ਦੀ ਕਿੰਨੀ ਆਏਗੀ? u2 ਉਹਦੀ ਥਰਮਲ ਪਲੱਸ ਉਹਦੀ ਐਕਸਲਰੇਸ਼ਨ, ਤੇ ਉਹਦਾ ਆ ਜਾਏਗਾ a tau 2। ਸਿਮਿਲਰਲੀ ਸਾਡੇ ਕੋਲ ਜਿਹੜੀ ਹੈ ਤੀਸਰੇ ਦੀ ਕਿੰਨੀ ਆਏਗੀ? u3 ਪਲੱਸ a ਵੈਕਟਰ tau 3 ਐਂਡ ਸੋ ਔਨ। ਹਰ ਇੱਕ ਇਲੈਕਟ੍ਰੋਨ ਦੀ ਅਸੀਂ ਜਿਹੜੀ ਹੈ ਟੋਟਲ velocity ਕਰ ਲਈ। this is thermal and this is due to acceleration। this is thermal and this is due to acceleration। accelerations of the same। relaxation time ਜਿਹੜਾ ਹਰ ਇਲੈਕਟ੍ਰੋਨ ਦਾ ਜਿਹੜਾ ਆਏਗਾ ਉਹ ਡਿਫਰੈਂਟ ਆਏਗਾ। now the average of all these velocity, ਇਹਨਾਂ ਸਾਰਿਆਂ ਦੀ ਜਿਹੜੀ ਅਸੀਂ ਐਵਰੇਜ ਕੱਢਾਂਗੇ and that average is called drift velocity। ਇਹਨਾਂ ਸਾਰਿਆਂ ਦੀ ਜਿਹੜੀ ਐਵਰੇਜ ਹੋਏਗੀ ਉਹ ਸਾਡੀ ਆਏਗੀ drift velocity। therefore drift velocity is given by, drift velocity ਦਾ ਕੀ ਫਾਰਮੂਲਾ ਬਣੇਗਾ? drift velocity ਨੂੰ ਲਿਖਾਂਗੇ ਅਸੀਂ vd ਵੈਕਟਰ drift velocity
ਸਾਰਿਆਂ ਦੀ ਐਵਰੇਜ ਕੱਢ ਦੋ। ਨਾਓ this is a velocity of first electron plus this is the velocity of second electron plus so on। लास्ट वाले का आ जाएगा साढ़े को un plus a tau n। this is the velocity of last electron n। ਤੇ ਐਵਰੇਜ ਕੱਢਣ ਦਾ ਤਰੀਕਾ ਕੀ ਹੈ, ਸਾਰਿਆਂ ਨੂੰ ਅਸੀਂ ਪਲੱਸ ਕੀਤਾ, ਡਿਵਾਈਡਡ ਬਾਈ ਕਰ ਦਿੱਤਾ ਵਿੱਚੋਂ n। u1 u2 ਵਾਲੀਆਂ ਟਰਮਸ ਇਕੱਠੀਆਂ ਕਰ ਲਓ, u1 ਪਲੱਸ u2 ਪਲੱਸ ਸੋ ਔਨ। ਲਾਸਟ ਆ ਜਾਏਗਾ ਸਾਡੇ ਕੋਲ un। ਇਹਨੂੰ ਅਸੀਂ ਇੱਕ ਬ੍ਰੈਕਟ ਚ ਕਰ ਲਿਆ, ਪਲੱਸ a tau 1 a tau 2 ਤੇ ਲਾਸਟ a tau n। ਜਿੰਨੀਆਂ ਟਰਮਸ ਹੈ ਇਕੱਠੀਆਂ ਕਰੋ, ਤੁਸੀਂ ਦੇਖੋਗੇ a ਵਿੱਚੋਂ ਕਾਮਨ ਆ ਜਾਏਗਾ, ਵਿੱਚੋਂ a ਨੂੰ ਬਾਹਰ ਕੱਢ ਲਿਆ ਤੇ ਸਾਡੇ ਕੋਲ ਅੰਦਰ ਕੀ ਰਹੇਗਾ, tau 1 ਪਲੱਸ tau 2 ਪਲੱਸ ਸੋ ਔਨ। ਲਾਸਟ ਆ ਜਾਏਗਾ ਸਾਡੇ ਕੋਲ tau n ਐਂਡ ਦਿਸ ਇਜ਼ ਡਿਵਾਈਡਡ ਬਾਈ n, ਕਿਉਂਕਿ ਐਵਰੇਜ ਨਿਕਾਲਨੇ। ਹੁਣ n ਨੂੰ ਅਸੀਂ ਇਹਦੇ ਥੱਲੇ ਵੱਖਰਾ ਕਰ ਦਾਂਗੇ, n ਨੂੰ ਇਹਦੇ ਥੱਲੇ ਵੱਖਰਾ ਕਰ ਲਓ, ਡਿਨੋਮੀਨੇਟਰ ਜਿਹੜੇ ਇਹਨਾਂ ਨੇ ਵੱਖਰੇ ਵੱਖਰੇ ਕਰ ਦੋ। ਨਾਓ u1 ਪਲੱਸ u2 plus so on plus un divided by n ਵੱਖਰਾ ਕਰਤਾ plus a vector। now tau 1 plus tau ਦੇ ਉੱਪਰ ਵੈਕਟਰ ਨਹੀਂ ਆਏਗਾ plus tau 3 so on tau n divided by n। n ਜਿਹੜਾ ਹੈ ਡਿਨੋਮੀਨੇਟਰ ਅਸੀਂ ਵੱਖਰੇ ਵੱਖਰੇ ਕਰਦੇ। now what is this? ਆ ਆਪਣੇ ਆਪ ਸਮਝੋ ਇਹ ਕੀ ਚੀਜ਼ ਹੈ। ਮੈਂ ਇੱਥੇ ਸਰਕਲ ਕੀਤਾ, ਤੁਸੀਂ ਸਰਕਲ ਨਹੀਂ ਕਰਨਾ ਹੈ। ਇਹ ਸੋਚੋ ਕੀ ਚੀਜ਼ ਹੈ। ਇਕੁਏਸ਼ਨ ਨੰਬਰ 1 ਮੈਂ ਇੱਥੇ ਲਿਖੀ ਸੀ, ਦਿਸ ਇਜ਼ ਦਾ ਐਵਰੇਜ, ਕਿਉਂਕਿ ਪਲੱਸ ਕਰਕੇ ਡਿਵਾਈਡਡ ਬਾਈ ਜਿੰਨੀਆਂ ਟਰਮਸ, ਦਿਸ ਇਜ਼ ਦਾ ਐਵਰੇਜ ਥਰਮਲ ਵੈਲੋਸਿਟੀ। ਤੇ ਐਵਰੇਜ ਥਰਮਲ ਵੈਲੋਸਿਟੀ ਜਿਹੜੀ ਹੈ ਸਾਡੀ ਕਿੰਨੀ ਹੁੰਦੀ ਹੈ, 0। ਇਹਦੀ ਜਗ੍ਹਾ ਤੇ ਸਾਡੇ ਕੋਲ ਆ ਗਿਆ 0 ਐਂਡ ਪਲੱਸ। ਨਾਓ ਦਿਸ ਇਜ਼ ਅਗੇਨ ਐਵਰੇਜ, ਬਟ ਇਹ ਐਵਰੇਜ ਕਾਦੀ ਹੈ, ਰਿਲੈਕਸੇਸ਼ਨ ਟਾਈਮ ਦੀ। ਇਹਨੂੰ ਅਸੀਂ ਲਿਖ ਦਿੱਤਾ tau। this is average relaxation time। ਫਿਰ ਮੈਂ ਦੱਸਣਾ ਚਾਹਾਂਗਾ ਹਰ ਇਲੈਕਟ੍ਰੋਨ ਦਾ ਰਿਲੈਕਸੇਸ਼ਨ ਟਾਈਮ ਜਿਹੜਾ ਹੈ ਉਹ ਡਿਫਰੈਂਟ ਹੋਏਗਾ। ਜਦੋਂ ਸਾਰੇ ਇਲੈਕਟ੍ਰੋਨ ਭੱਜਣਗੇ, ਕਿਸੇ ਦੇ ਅੱਗੇ ਜਿਹੜਾ ਹੈ ਕੋਈ ਦੂਸਰਾ ਇਲੈਕਟ੍ਰੋਨ ਪਹਿਲਾਂ ਆ ਜਾਏਗਾ, ਕਿਸੇ ਦੀ ਟੱਕਰ ਛੇਤੀ ਹੋ ਸਕਦੀ ਹੈ, ਕਿਸੇ ਦੀ ਟੱਕਰ ਲੇਟ ਹੁੰਦੀ ਹੈ। ਇਸ ਕਰਕੇ ਹਰ ਇੱਕ ਦਾ ਜਿਹੜਾ ਰਿਲੈਕਸੇਸ਼ਨ ਟਾਈਮ ਹੈ ਉਹ ਡਿਫਰੈਂਟ ਹੈ, ਬਟ ਐਕਸਲਰੇਸ਼ਨ ਜਿਹੜੀ ਹੈ ਸਾਰਿਆਂ ਇਲੈਕਟ੍ਰੋਨਾਂ ਦੀ ਉਹ ਸੇਮ ਹੋਏਗੀ। now it is equal to a tau। ਹੁਣ ਡ੍ਰਿਫਟ ਵੈਲੋਸਿਟੀ ਦਾ ਜਿਹੜਾ ਸਾਡਾ ਫਾਰਮੂਲਾ ਆ ਗਿਆ, a ਦੀ ਵੈਲਿਊ ਅਸੀਂ ਪਿੱਛੇ ਇਕੁਏਸ਼ਨ ਨੰਬਰ 2 ਚ ਨਿਕਾਲੀ ਸੀ, ਮਾਈਨਸ e ਵੈਕਟਰ ਓਵਰ m ਮਲਟੀਪਲਾਈ ਬਾਈ ਸਾਡੇ ਕੋਲ ਆ ਜਾਏਗਾ tau। this is the formula for drift velocity। drift velocity is equal to minus e over m into tau। ਜੇ ਤੁਸੀਂ ਮੈਗਨੀਟਿਊਡ ਲਿਖਣਾ ਹੈ, ਫਿਰ ਧਿਆਨ ਰੱਖਣਾ ਹੈ ਕਿ ਇਹ ਮਾਈਨਸ ਦਾ ਸਾਈਨ ਨਹੀਂ ਲਗਾਉਣਾ। ਜੇ ਤੁਸੀਂ ਇਹ ਵੈਕਟਰ ਨਹੀਂ ਪਾਣੇ ਤੇ ਮਾਈਨਸ ਦਾ ਸਾਈਨ ਨਹੀਂ ਲਗਾਉਣਾ, ਕਿਉਂਕਿ ਨੈਗੇਟਿਵ ਸਾਈਨ ਸਾਨੂੰ ਸ਼ੋ ਕਰਦਾ ਹੈ ਕਿ ਜਿੱਧਰ ਨੂੰ ਇਲੈਕਟ੍ਰਿਕ ਫੀਲਡ ਹੈ ਉਹਦੇ ਆਪੋਜ਼ਿਟ ਸਾਡੀ ਜਿਹੜੀ ਹੈ ਡ੍ਰਿਫਟ ਹੋਏਗੀ। ਡ੍ਰਿਫਟ ਵੈਲੋਸਿਟੀ ਕਰਕੇ ਹੀ ਇਲੈਕਟ੍ਰੋਨ ਜਿਹੜਾ ਹੈ ਇੱਕ ਐਂਡ ਤੋਂ ਦੂਸਰੇ ਐਂਡ ਵਾਲੇ ਪਾਸੇ ਜਿਹੜਾ ਹੈ ਉਹ ਮੂਵ ਕਰਦਾ ਹੈ। ਡ੍ਰਿਫਟ ਵੈਲੋਸਿਟੀ ਦੀ ਜਿਹੜੀ ਵੈਲਿਊ ਹੈ, ਜਿਹੜੀ ਅਸੀਂ ਕੈਲਕੂਲੇਟ ਕੀਤੀ ਹੈ, ਯਾਦ ਰੱਖਣਾ ਹੈ, ਇਟ ਇਜ਼ ਦਿਸ ਮਚ 10 raised to power -4 ਮੀਟਰ ਪਰ ਸੈਕਿੰਡ। ਬਹੁਤ ਹੀ ਘੱਟ ਵੈਲਿਊ ਹੈ ਡ੍ਰਿਫਟ ਵੈਲੋਸਿਟੀ ਦੀ, ਕਿਉਂਕਿ ਇਲੈਕਟ੍ਰੋਨ ਮੂਵ ਕਰਦਾ ਹੈ ਨਾਲ ਹੀ ਕੋਲਿਜ਼ਨ ਹੋ ਜਾਂਦੀ ਹੈ, ਫਿਰ ਮੂਵ ਕਰਦਾ ਹੈ ਨਾਲ ਹੀ ਕੋਲਿਜ਼ਨ ਹੋ ਜਾਂਦੀ ਹੈ। ਪੂਰੇ ਕੰਡਕਟਰ ਵਿੱਚ ਨੰਬਰ ਡੈਂਸਿਟੀ ਆਫ ਇਲੈਕਟ੍ਰੋਨ ਬਹੁਤ ਹੀ ਜ਼ਿਆਦਾ ਹੈ। ਨੰਬਰ ਡੈਂਸਿਟੀ ਦਾ ਮਤਲਬ ਨੰਬਰ ਆਫ ਇਲੈਕਟ੍ਰੋਨ ਪਰ ਯੂਨਿਟ ਵੋਲਿਊਮ, ਇਹਦੀ ਵੈਲਿਊ ਬਹੁਤ ਜ਼ਿਆਦਾ ਹੈ। ਅੰਦਰ ਇਲੈਕਟ੍ਰੋਨ ਹੌਲੀ ਹੌਲੀ ਕਰਕੇ ਜਿਹੜਾ ਹੈ ਉਹ ਮੂਵ ਕਰਦਾ ਹੈ। ਨਾਓ ਦਿਸ ਇਜ਼ ਦਾ ਵੈਲਿਊ ਆਫ ਡ੍ਰਿਫਟ ਵੈਲੋਸਿਟੀ 10 raised to power -4 ਮੀਟਰ ਪਰ ਸੈਕਿੰਡ। ਨਾਓ ਦਾ ਨੈਕਸਟ ਜਿਹੜਾ ਸਾਡਾ ਟੌਪਿਕ ਹੈ ਰਿਲੇਸ਼ਨ ਬਿਟਵੀਨ, ਇਹਨੂੰ ਯਾਦ ਕਰ ਲਓ, ਦ ਰਿਲੇਸ਼ਨ ਬਿਟਵੀਨ ਕਰੰਟ ਐਂਡ ਡ੍ਰਿਫਟ ਵੈਲੋਸਿਟੀ।
ਕਰੰਟ ਤੇ ਡ੍ਰਿਫਟ ਵੈਲੋਸਿਟੀ ਦੇ ਵਿੱਚ ਅਸੀਂ ਰਿਲੇਸ਼ਨ ਨਿਕਾਲਣਾ ਹੈ। ਟੌਪਿਕ ਦਾ ਨਾਮ ਇਹ ਛੋਟਾ ਜਿਹਾ ਟੌਪਿਕ ਹੈ, ਰਿਲੇਸ਼ਨ ਬਿਟਵੀਨ ਕਰੰਟ ਐਂਡ ਡ੍ਰਿਫਟ ਵੈਲੋਸਿਟੀ। ਕਰੰਟ ਤੇ ਡ੍ਰਿਫਟ ਵੈਲੋਸਿਟੀ ਦੇ ਵਿੱਚ ਅਸੀਂ ਇੱਕ ਰਿਲੇਸ਼ਨ ਨਿਕਾਲਣਾ ਹੈ। ਸਪੋਜ਼ मान लो साढ़े कोल L की चीज है, ऐसी हुणे पढ़िया लेंथ है कंडक्टर की। कैपिटल A की चीज है, साढ़े कोल मान लो यूनिफॉर्म एरिया ऑफ क्रॉस सेक्शन। मान लो साढ़े को एरिया ऑफ क्रॉस सेक्शन है, मान लो यूनिफॉर्म हर जगह के हो सेम। स्मॉल n इट इज द नंबर ऑफ इलेक्ट्रॉन पर यूनिट वॉल्यूम। एक यूनिट वॉल्यूम दे विच इलेक्ट्रॉन की गिनती है n। टोटल वॉल्यूम तो कितना ही है कंडक्टर का, एक यूनिट वॉल्यूम दे विच कंडक्टर की गिनती n है। इसनूं असी नंबर डेंसिटी भी बोलते हैं। दिस इज कॉल्ड नंबर डेंसिटी ऑफ इलेक्ट्रॉन, नंबर ऑफ इलेक्ट्रॉन पर यूनिट वॉल्यूम। दिस इज अ नंबर डेंसिटी ऑफ इलेक्ट्रॉन। यह चीज याद रखनी है कि नंबर डेंसिटी हमेशा सेम रहती है थ्रू आउट द वॉल्यूम ऑफ द कंडक्टर। एक एंड थानी इलैक्ट्रॉन जिहड़े ने एंटर करदा है, जिन्ने इलैक्ट्रॉन एक एंड थानी एंटर करते हैं ओने ही इलैक्ट्रॉन दूजे एंड थानी जिहड़े ने वो बाहर निकल जाते हैं। जो करंट फ्लो करता है, जिन्ने इलैक्ट्रॉन कंडक्टर विच एक एंड थानी एंटर करते हैं, मान लो आ साडा कंडक्टर है जिहदे विच असीं बाहरों पोटेंशियल डिफरेंस लगाया है। जिहड़े इलैक्ट्रॉन एक एंड थानी जिहड़े एंटर कीते, जिन्ने इलैक्ट्रॉन एंटर करनगे ओने ही इलैक्ट्रॉन दूजे एंड थानी जिहड़ा है वो विचों बाहर निकल जाते हैं। ते अंदर हमेशा इलैक्ट्रॉन दी नंबर डेंसिटी जिहड़ी है हमेशा सेम रहिंदी है। ते नंबर डेंसिटी टैंपरेचर करके भी इहदा कोई असर नहीं पैंदा, टैंपरेचर दा भी नंबर डेंसिटी दे उपर कोई असर नहीं है। ते नंबर डेंसिटी जिहड़ा है इट इज ए करैक्टरिस्टिक्स ऑफ द मटीरियल। कंडक्टर किस चीज दा बनिया है ਉਹਦੇ ਅਕੋਰਡਿੰग ਉਹਦੀ ਨੰਬਰ ਡੈਂਸਿਟੀ ਆਉਂਦੀ ਹੈ, ਕਿਉਂਕਿ ਹਰ ਇੱਕ ਮਟੀਰੀਅਲ ਦਾ ਐਟੋਮਿਕ ਨੰਬਰ ਵੱਖਰਾ ਹੈ। ਜੇ ਕੰਡਕਟਰ ਕਾਪਰ ਦਾ ਹੈ ਉਹਦੇ ਐਟੋਮਿਕ ਨੰਬਰ ਦੇ ਅਕੋਰਡਿੰਗ ਇਹਦੀ ਨੰਬਰ ਡੈਂਸਿਟੀ ਆਏਗੀ। ਹਰ ਇੱਕ ਦਾ ਐਟੋਮਿਕ ਨੰਬਰ ਵੱਖਰਾ ਹੈ, ਹਰ ਇੱਕ ਮਟੀਰੀਅਲ ਦੀ ਨੰਬਰ ਡੈਂਸਿਟੀ ਜਿਹੜੀ ਹੋਏਗੀ ਉਹ ਡਿਫਰੈਂਟ ਹੋਏਗੀ। ਨਾਓ ਦਿਸ ਇਜ਼ ਦਾ ਨੰਬਰ ਆਫ ਇਲੈਕਟ੍ਰॉन ਪਰ ਯੂਨਿਟ ਵॉल्यूम। देयरफॉर टोटल वॉल्यूम कितना आएगा, कंडक्टर दा टोटल वॉल्यूम कितना आएगा। टोटल वॉल्यूम किस तरह निकालते हैं, साडे कोल आ कंडक्टर है, कंडक्टर दी जिहड़ी शेप है इट इज सिलेंड्रिकल। कंडक्टर दी शेप जिहड़ी है सिलेंडर वर्गी है। ते सिलेंडर दा सानू सब नू पता है वॉल्यूम दा फार्मूला पाई आर स्क्वायर एच। सिलेंडर दे वॉल्यूम दा फार्मूला पाई आर स्क्वायर एच पढ़िया। Now what is this pi r square? Pi r square आ वाला एरिया है जिन्हों बोलते हैं एरिया ऑफ क्रॉस सेक्शन। इनू मैं A लिख सकता है। दिस इज द एरिया ऑफ क्रॉस सेक्शन। व्हाट इज H? H है सिलेंडर दी हाइट कह लो, सिलेंडर दी लेंथ कह लो। ते साडी जिहड़ी लेंथ चल रही है L, ਇਹਦਾ मतलब एरिए नू लेंथ दे नाल मल्टीप्लाई कर दांगे ते साडे कोल जिहड़ा है सिलेंडर दा वॉल्यूम आ जाएगा। Now total volume of cylinder will be equal to AL। ਇਹ ਕਿੱਥੋਂ ਆਇਆ, ਇਹ ਨੋਟ ਕਰ ਲੈਣਾ ਹੈ। ਪਾਈ ਆਰ ਸਕੁਅਰ H ਇਹ ਸਿਲੰਡਰ ਦਾ ਵੋਲਿਊਮ ਹੁੰਦਾ ਹੈ। ਤੇ ਸਿਲੰਡਰ ਹੀ ਕਿਉਂ ਲਿਆ, ਕਿਉਂਕਿ ਜਿਹੜਾ ਕੰਡਕਟਰ ਹੈ ਸਾਡੀ ਵਾਇਰ ਹੈ ਉਹਦੀ ਸ਼ੇਪ ਸਿਲੰਡਰੀਕਲ ਹੈ। ਪਾਈ ਆਰ ਸਕੁਅਰ ਏਰੀਆ ਆਫ ਕ੍ਰੋਸ ਸੈਕਸ਼ਨ, ਤੇ ਇਹ ਸਾਡੀ ਹਾਈਟ ਹੈ, ਇਹਨੂੰ ਲੈਂਥ ਬੋਲੋ। ਅਸੀਂ ਲੈਂਥ ਕਿਹੜੀ ਲਿਖ ਕੇ ਚੱਲੇ ਆ L, ਇਸ ਕਰਕੇ ਸਾਡਾ ਟੋਟਲ ਵੋਲਿਊਮ ਆ ਗਿਆ AL। ਨਾਓ एक यूनिट वॉल्यूम दे विच इलैक्ट्रॉन किन्ने ने n। पर यूनिट वॉल्यूम दे विच इलैक्ट्रॉन दी गिनती n है ते साडे कोल टोटल वॉल्यूम AL है। देयरफॉर टोटल नंबर ऑफ जेड़े साडे
ਇਲੈਕਟ੍ਰੋਨ ਕਿੰਨੇ ਆਣਗੇ। ਇੱਕ ਯੂਨਿਟ ਵੋਲਿਊਮ ਵਿੱਚ ਅਸੀਂ ਮੰਨੇ n ਤੇ ਟੋਟਲ ਵੋਲਿਊਮ ਹੈ Al ਤੇ ਸਾਡੇ ਟੋਟਲ ਨੰਬਰ ਆਫ ਇਲੈਕਟ੍ਰੋਨ ਕਿੰਨੇ ਆ ਜਾਣਗੇ। ਇਹਨੂੰ ਅਸੀਂ ਇਹਦੇ ਨਾਲ ਜਿਹੜਾ ਹੈ ਮਲਟੀਪਲਾਈ ਕਰ ਦਾਂਗੇ। that will be your total number of electron. it is number of electron per unit volume। ਇੱਕ ਯੂਨਿਟ ਵੋਲਿਊਮ ਚ n ਤੇ ਟੋਟਲ ਵੋਲਿਊਮ ਚ ਕਿੰਨੇ ਹੋਣਗੇ ਅਸੀਂ ਉਹਦੇ ਨਾਲ ਕਰ ਦਾਂਗੇ ਮਲਟੀਪਲਾਈ। ਇੱਕ ਯੂਨਿਟ ਵੋਲਿਊਮ ਚ ਮੰਨ ਲਓ 2 ਹੈ ਤੇ ਫਿਰ 2 ਯੂਨਿਟ ਵੋਲਿਊਮ ਚ ਕਿੰਨੇ ਹੋਣਗੇ ਅਸੀਂ 2 ਨਾਲ ਮਲਟੀਪਲਾਈ ਕਰ ਦਾਂਗੇ। 3 ਯੂਨਿਟ ਵੋਲਿਊਮ ਚ ਕਿੰਨੇ ਹੋਣਗੇ 3 ਨਾਲ ਮਲਟੀਪਲਾਈ ਕਰ ਦਾਂਗੇ। ਇਸ ਤਰ੍ਹਾਂ ਸਾਡਾ ਟੋਟਲ ਕਿੰਨਾ ਹੈ ਸਾਡੇ ਕੋਲ ਹੈਗਾ Al, ਉਹਦੇ ਨਾਲ ਅਸੀਂ ਟੋਟਲ ਵੋਲਿਊਮ ਜਿੰਨਾ ਹੈ ਉਹਦੇ ਨਾਲ ਅਸੀਂ ਉਹਨੂੰ ਮਲਟੀਪਲਾਈ ਕਰਦਾ। ਨਾਓ ਸਮਾਲ e ਸਭ ਨੂੰ ਪਤਾ ਹੈ ਸਾਡੇ ਕੋਲ ਚਾਰਜ ਔਨ ਇਲੈਕਟ੍ਰੋਨ। ਇੱਕ ਇਲੈਕਟ੍ਰੋਨ ਦੇ ਉੱਪਰ ਚਾਰਜ ਜਿਹੜਾ ਹੈ ਇਟ ਇਜ਼ ਸਮਾਲ e। ਜੇ ਇੱਕ ਇਲੈਕਟ੍ਰੋਨ ਤੇ ਚਾਰਜ e ਹੈ ਤੇ ਟੋਟਲ ਨੰਬਰ ਆਫ ਇਲੈਕਟ੍ਰੋਨ ਸਾਡੇ ਕੋਲ ਇੰਨੇ ਨੇ ਤੇ ਟੋਟਲ ਚਾਰਜ ਕਿੰਨਾ ਆਏਗਾ। this is charge on one electron and this is total number of electron ਤੇ ਸਾਡੇ ਕੋਲ ਜਿਹੜਾ ਹੈ ਟੋਟਲ ਚਾਰਜ ਕਿੰਨਾ ਆਏਗਾ ਅਸੀਂ ਜਿਹੜਾ ਹੈ ਇਸ ਨੂੰ ਮਲਟੀਪਲਾਈ ਕਰ ਦਾਂਗੇ and we get the total charge। now total charge ਨੂੰ ਅਸੀਂ ਲਿਖਤਾ Q। it will be equal to ਜਿੰਨੇ ਟੋਟਲ ਸਾਡੇ ਕੋਲ ਇਲੈਕਟ੍ਰੋਨ ਨੇ ਉਹਨੂੰ ਅਸੀਂ ਮਲਟੀਪਲਾਈ ਕਰਤਾ ਇੱਕ ਇਲੈਕਟ੍ਰੋਨ ਦੇ ਚਾਰਜ ਦੇ ਨਾਲ। this is number of electron and this is charge on one electron। ਜਦੋਂ ਮਲਟੀਪਲਾਈ ਕਰੋਗੇ ਤਾਂ ਸਾਡੇ ਕੋਲ ਆ ਜਾਏਗਾ ਟੋਟਲ ਚਾਰਜ। now current is given by charge flowing divided by time taken। ਕਰੰਟ ਦਾ ਫਾਰਮੂਲਾ ਅਸੀਂ ਪੜਿਆ ਕਿ ਜਿੰਨਾ ਚਾਰਜ ਫਲੋ ਕਰੇਗਾ ਉਹਨੂੰ ਟਾਈਮ ਦੇ ਨਾਲ ਥੱਲੇ ਡਿਵਾਈਡ ਕਰ ਦਾਂਗੇ ਸਾਡੇ ਕੋਲ ਜਿਹੜਾ ਹੈ ਕਰੰਟ ਦੀ ਵੈਲਿਊ ਆਏਗੀ। ਨਾਓ this is the value of Q, N, A, L ਨਾਲ ਆ ਗਿਆ E divided by। now what is this? this is the time। ਇਹ ਕਿਹੜਾ ਟਾਈਮ ਹੈ ਇਹ ਸਾਡੇ ਕੋਲ ਕੰਡਕਟਰ ਹੈ ਬਾਹਰੋਂ ਅਸੀਂ ਪੋਟੈਂਸ਼ੀਅਲ ਡਿਫਰੈਂਸ ਲਗਾਤਾ। ਕੰਡਕਟਰ ਦੀ ਲੈਂਥ ਹੈ L। ਇੱਥੋਂ ਇੱਕ ਇਲੈਕਟ੍ਰੋਨ ਤੁਰਿਆ ਇੱਥੋਂ ਲੈ ਕੇ ਇੱਥੇ ਤੱਕ ਪਹੁੰਚਣਾ ਇਲੈਕਟ੍ਰੋਨ ਨੇ ਕਿੰਨਾ ਡਿਸਟੈਂਸ ਕਵਰ ਕਰਨਾ ਹੈ L। ਪੂਰਾ L ਡਿਸਟੈਂਸ ਕਵਰ ਕਰਨ ਲਈ ਜਿੰਨਾ ਟਾਈਮ ਲੱਗਾ ਉਸ ਟਾਈਮ ਨੂੰ ਅਸੀਂ ਬੋਲਦੇ ਹਾਂ T ਤੇ ਟਾਈਮ ਦਾ ਫਾਰਮੂਲਾ ਜਿਹੜਾ ਸਾਨੂੰ ਪਤਾ ਹੈ ਇਟ ਇਜ਼ ਇਕੁਅਲ ਟੂ ਡਿਸਟੈਂਸ ਡਿਵਾਈਡਡ ਬਾਈ ਵੈਲੋਸਿਟੀ। ਕਿਉਂਕਿ ਵੈਲੋਸਿਟੀ ਜਿਹੜੀ ਹੁੰਦੀ ਹੈ ਡਿਸਟੈਂਸ ਓਵਰ ਟਾਈਮ। ਟਾਈਮ ਨਿਕਾਲ ਲਿਆ ਡਿਸਟੈਂਸ ਓਵਰ ਵੈਲੋਸਿਟੀ। ਟਾਈਮ ਦੀ L ਲੈਂਥ ਹੋ ਗਈ ਡਿਸਟੈਂਸ ਕਿੰਨਾ ਕਵਰ ਕਰਨਾ ਹੈ ਲੈਂਥ L ਤੇ ਇਲੈਕਟ੍ਰੋਨ ਜਦੋਂ ਇੱਕ ਐਂਡ ਤੋਂ ਦੂਜੇ ਐਂਡ ਤੇ ਜਾਂਦਾ ਹੈ ਉਸ ਦੀ ਵੈਲੋਸਿਟੀ ਦਾ ਨਾਮ ਹੁੰਦਾ ਹੈ ਡ੍ਰਿਫਟ ਵੈਲੋਸਿਟੀ। ਇਹ ਹੁਣੇ ਆਪਾਂ ਪੜਿਆ ਜਦੋਂ ਇਲੈਕਟ੍ਰੋਨ ਇੱਕ ਐਂਡ ਤੋਂ ਦੂਸਰੇ ਐਂਡ ਤੇ ਜਾਂਦਾ ਹੈ then the velocity of electron is called drift velocity। drift velocity ਨਾਲ ਹੀ ਇਲੈਕਟ੍ਰੋਨ ਜਿਹੜਾ ਉਹ ਮੂਵ ਕਰਦਾ ਹੈ। now ਇੱਥੇ ਅਸੀਂ t ਦੀ ਜਗ੍ਹਾ ਤੇ ਕੀ ਲਗਾਵਾਂਗੇ ਟਾਈਮ ਦਾ ਫਾਰਮੂਲਾ ਥੱਲੇ ਆ ਗਿਆ length divided by velocity। ਲੈਂਥ ਨਾਲ ਲੈਂਥ ਸਾਡੀ ਜਿਹੜੀ ਹੈ ਕੈਂਸਲ ਹੋ ਜਾਏਗੀ ਤੇ vd ਜਿਹੜਾ ਹੈ ਉਲਟ ਕੇ ਉੱਪਰ ਚਲਾ ਜਾਏਗਾ and we get I equal to ਸਾਡੇ ਕੋਲ ਜਿਹੜਾ ਹੈ I ਦੀ ਵੈਲਿਊ ਕਿੰਨੀ ਆਏਗੀ ਇੱਕ ਆਏਗਾ N ਦੂਸਰਾ ਆ ਗਿਆ ਸਾਡੇ ਕੋਲ E ਨਾਲ ਆ ਗਿਆ A ਤੇ ਨਾਲ ਆ ਜਾਏਗਾ ਸਾਡੇ ਕੋਲ VD। This is the relation between current and drift velocity। current ਤੇ drift velocity ਦੇ ਵਿੱਚ ਰਿਲੇਸ਼ਨ ਕੀ ਹੈ N E A V T। what is N? number of electron per unit volume। what is the charge on electron? area of cross section and VD is the drift velocity। ਇਹਦਾ ਮਤਲਬ ਆ ਹੋਇਆ ਮੰਨ ਲਓ ਕਿ ਏਰੀਆ ਆਫ ਕ੍ਰੋਸ ਸੈਕਸ਼ਨ ਕਾਂਸਟੈਂਟ ਹੈ। ਏਰੀਆ ਆਫ ਕ੍ਰੋਸ ਸੈਕਸ਼ਨ ਸਾਡਾ ਯੂਨੀਫਾਰਮ ਹੈ ਹਰ ਜਗ੍ਹਾ ਤੇ ਅਸੀਂ ਮੰਨ ਕੇ ਚੱਲੇ ਹਾਂ ਸੇਮ ਹੈ।
ਚਾਰਜ ਔਨ ਇਲੈਕਟ੍ਰੋਨ ਵੀ ਸਾਡਾ ਫਿਕਸ ਹੈ 1.6 10⁻⁻19 ਕੂਲਮ। ਨੰਬਰ ਡੈਂਸਿਟੀ ਵੀ ਗਿਵਨ ਮਟੀਰੀਅਲ ਦੀ ਜਿਹੜੀ ਹੈ ਉਹ ਕਾਂਸਟੈਂਟ ਹੋਏਗੀ। ਜੇ ਕਾਪਰ ਦੀ ਲਈ ਹੈ ਤਾਂ ਉਹਦੀ ਨੰਬਰ ਡੈਂਸਿਟੀ ਹਮੇਸ਼ਾ ਸੇਮ ਰਹੇਗੀ। ਇਹ ਸਾਰੀ ਚੀਜ਼ ਕਾਂਸਟੈਂਟ ਹੋਣ ਕਰਕੇ ਸਾਡੇ ਕੋਲ ਕੀ ਆਇਆ I ਪ੍ਰੋਪੋਰਸ਼ਨਲ ਟੂ VD। ਇਹਦਾ ਮਤਲਬ ਕਰੰਟ ਜਿਹੜਾ ਹੈ ਡ੍ਰਿਫਟ ਵੈਲੋਸਿਟੀ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੋ ਗਿਆ। ਨਾਓ ਕਰੰਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਡ੍ਰਿਫਟ ਵੈਲੋਸਿਟੀ। ਇਸ ਤਰ੍ਹਾਂ ਵੀ ਕੁਐਸਚਨ ਆਉਂਦਾ ਹੈ, ਪ੍ਰੂਵ that electric current flowing in a conductor is directly proportional to the drift velocity। ਇਹਨੂੰ ਵੀ ਅਸੀਂ ਪ੍ਰੂਵ ਕਰ ਸਕਦੇ ਹਾਂ। ਇਹ ਬਹੁਤ ਹੀ ਜਿਹੜਾ ਈਜ਼ੀ ਜਿਹੜਾ ਆਰਟੀਕਲ ਸੀ। ਨਾਓ what will happen if area of the conductor, ਜਿਹਨੂੰ ਬੋਲਦੇ area of cross section, is not uniform। ਜੇ ਏਰੀਆ ਜਿਹੜਾ ਹੈ ਕੰਡਕਟਰ ਦਾ ਯੂਨੀਫਾਰਮ ਨਹੀਂ ਹੈ then what will happen, ਇਹ ਤੁਸੀਂ ਨੋਟ ਕਰ ਲਿਓ। Now for example ਸਾਡੇ ਕੋਲ ਕੰਡਕਟਰ ਇਸ ਤਰ੍ਹਾਂ ਦਾ ਹੈ like this, ਪਹਿਲਾਂ ਇਸ ਤਰ੍ਹਾਂ ਆ ਰਿਹਾ ਹੈ, ਉਸ ਤੋਂ ਬਾਅਦ ਕੰਡਕਟਰ ਅੱਗੇ ਜਾ ਕੇ ਜਿਹੜਾ ਹੈ ਉਹਦਾ ਏਰੀਆ ਕੱਟ ਗਿਆ। ਪਹਿਲਾ ਏਰੀਆ ਆਫ ਕ੍ਰੋਸ ਸੈਕਸ਼ਨ ਸਾਡੇ ਕੋਲ ਆਹ ਵਾਲਾ ਹੈ, ਉਸ ਤੋਂ ਬਾਅਦ ਏਰੀਆ ਆਫ ਕ੍ਰੋਸ ਸੈਕਸ਼ਨ ਉਹਦਾ ਕੱਟ ਗਿਆ। Now these are the areas of cross section. Wire is of different area of cross section, then what will happen? N fix, E fix, मान लो I भी फिक्स है। जिन्ना करंट वायर विच फ्लो कर रहा है वो मान लो कांस्टेंट, नंबर डेंसिटी कांस्टेंट, E कांस्टेंट। ਜੇ ਇਹ ਸਾਰੀ ਚੀਜ਼ ਕਾਂਸਟੈਂਟ ਹੋਏਗੀ ਤੇ ਸਾਡੇ ਕੋਲ ਫਿਰ A ਜਿਹੜਾ VD ਹੈ ਇਹ ਵੀ ਸਾਡੇ ਕੋਲ ਕੀ ਆਏਗਾ ਕਾਂਸਟੈਂਟ। ਮੇਰਾ ਏਰੀਆ ਆਫ ਕ੍ਰੋਸ ਸੈਕਸ਼ਨ ਜਿਹੜਾ ਹੈ ਡਿਫਰੈਂਟ ਹੈ। ਇੱਥੇ ਏਰੀਆ ਆਫ ਕ੍ਰੋਸ ਸੈਕਸ਼ਨ ਹੈ ਮੰਨ ਲਓ A1, ਇੱਥੇ ਏਰੀਆ ਆਫ ਕ੍ਰੋਸ ਸੈਕਸ਼ਨ ਹੈ A2। ਜਦੋਂ ਇਸ ਤਰ੍ਹਾਂ ਦੇ ਕੰਡਕਟਰ ਦੇ ਵਿੱਚੋਂ ਕਰੰਟ ਫਲੋ ਕਰ ਰਿਹਾ ਹੈ, ਕਾਂਸਟੈਂਟ ਕਰੰਟ ਫਲੋ ਕਰ ਰਿਹਾ ਹੈ, ਦੈਨ ਇਹ ਤਿੰਨ ਚੀਜ਼ਾਂ ਕਾਂਸਟੈਂਟ ਹੋਣ ਕਰਕੇ ਸਾਡੇ ਕੋਲ AVD ਵੀ ਸਾਡੇ ਕੋਲ ਕੀ ਆਏਗਾ ਕਾਂਸਟੈਂਟ ਆਏਗਾ। ਤੇ ਜੇ AVD ਕਾਂਸਟੈਂਟ ਹੈ ਦੈਨ ਯੂ ਕੈਨ ਰਾਈਟ A is inversely proportional to VD। ਜੇ ਇਹ ਕਾਂਸਟੈਂਟ ਹੈ ਤੇ VD ਨੂੰ ਉਹਦੇ ਨੀਚੇ ਲੈ ਗਏ ਤੇ ਮਤਲਬ A ਏਰੀਆ ਤੇ VD ਆਪਸ ਵਿੱਚ ਇਨਵਰਸਲੀ ਹੋ ਗਏ। ਕੀ ਮਤਲਬ, ਜਿੱਥੇ ਏਰੀਆ ਆਫ ਕ੍ਰੋਸ ਸੈਕਸ਼ਨ ਜ਼ਿਆਦਾ ਹੋਏਗਾ ਉੱਥੇ ਇਲੈਕਟ੍ਰੋਨ ਦੀ ਡ੍ਰਿਫਟ ਘੱਟ ਹੋਏਗੀ ਤੇ ਜਿੱਥੇ ਏਰੀਆ ਆਫ ਕ੍ਰੋਸ ਸੈਕਸ਼ਨ ਘੱਟ ਹੋਏਗਾ ਉੱਥੇ ਇਲੈਕਟ੍ਰੋਨ ਦੀ ਜਿਹੜੀ ਹੈ ਡ੍ਰਿਫਟ ਵੈਲੋਸਿਟੀ ਜਿਹੜੀ ਹੈ ਉਹ ਜ਼ਿਆਦਾ ਹੋ ਜਾਏਗੀ। ਜਿਸ ਤਰ੍ਹਾਂ ਅਸੀਂ ਪਲੱਸ